ਵੇਖੈ ਬਾਚ ਹਰ ਰਾਜ, ਸਮਝ ਮਨ ਬੋਰਾ ਰੇ। ਸਤ ਸੰਗੀਓ, ਸਤਿਗੁਰ ਕਬੀਰ ਸਾਹਿਬ ਇਸ ਸ਼ਬਦ ਵਿੱਚ ਬਾਰ-ਬਾਰ ਮਨ ਦਾ ਜ਼ਿਕਰ ਕਰ ਰਹੇ ਨੇ ਕਿ ਬੋਰੇ ਮਨ ਐ ਪਾਗਲ ਮਨ। ਪੂਰੇ ਸ਼ਬਦ ਵਿੱਚ ਕੁਝ ਜੀਵਾਂ ਦੀਆਂ ਉਦਾਹਰਨਾਂ ਦਿੱਤੀਆਂ ਨੇ ਤੇ ਉਹਨਾਂ ਦੀਆਂ ਉਦਾਹਰਨਾਂ ਦੇ ਕੇ ਸਮਝਾਉਣਾ ਇਸ ਇਨਸਾਨ ਦੇ ਮਨ ਨੂੰ ਕੀਤਾ ਹੈ। ਵਿਚਾਰ ਕਰੀਏ ਕਿ ਮਨ ਹੈ ਕੀ। ਬਾਣੀ ਨੂੰ ਜੇ ਪੜ੍ਹੀਏ ਤਾਂ ਵਿੱਚੋਂ ਪਤਾ ਲੱਗਦਾ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿ ਇਹ ਇਨਸਾਨ ਦਾ ਜੋ ਮਨ ਹੈ ਇਹ ਉਸ ਅਕਾਲ ਪੁਰਖ ਦਾ ਸਰੂਪ ਹੈ, ਉਸ ਜੋਤ ਦਾ ਸਰੂਪ ਹੈ। ਤੇ ਇੱਕ ਹੋਰ ਮੈਂ ਨੁਕਤਾ ਆਪ ਨਾਲ ਸਾਂਝਾ ਕਰਾਂ। ਇਹ ਜੋ ਸਾਡਾ ਦਿਸ ਰਿਹਾ ਜੋ ਸਰੀਰ ਹੈ, ਇਹਨੂੰ ਕਹਿੰਦੇ ਨੇ ਅਸਥੂਲ ਸਰੀਰ। ਇਹ ਮਿੱਟੀ ਤੋਂ ਪੈਦਾ ਹੋਇਆ ਏ। ਧਿਆਨ ਨਾਲ ਸਰਵਣ ਕਰਨਾ। ਇਹ ਜੋ ਸਾਡਾ ਸਾਰਿਆਂ ਦਾ ਦਿਸ ਰਿਹਾ ਸਰੀਰ ਹੈ, ਇਹ ਮਿੱਟੀ ਤੋਂ ਪੈਦਾ ਹੋਇਆ ਏ ਤੇ ਕੁਦਰਤ ਦਾ ਨਿਯਮ ਹੈ, ਵਿਧੀ ਦਾ ਵਿਧਾਨ ਹੈ। ਇੱਕ ਦਿਨ ਕੁਦਰਤ ਇਹਨੂੰ ਮਿੱਟੀ ਦੇ ਵਿੱਚ ਮਿੱਟੀ ਆਪਣੇ ਆਪ ਕਰ ਦੇਗੀ। ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਆਖਦੇ ਨੇ ਕਿ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਇਹ ਜੋ ਸਾਡਾ ਦਿਸ ਰਿਹਾ ਸਰੀਰ ਹੈ, ਇਹਨੂੰ ਕੁਦਰਤ ਆਪਣੇ ਆਪ ਇੱਕ ਦਿਨ ਮਿੱਟੀ ਦੇ ਵਿੱਚ ਮਿੱਟੀ ਕਰ ਦੇਗੀ। ਇਹ ਵਿਧੀ ਦਾ ਵਿਧਾਨ ਹੈ। ਇਹਦੇ ਲਈ ਸਾਨੂੰ ਕੋਈ ਜਪ ਤਪ ਕਰਨ ਦੀ ਲੋੜ ਨਹੀਂ, ਕੋਈ ਕਥਾ ਕੀਰਤਨ ਸਰਵਣ ਕਰਨ ਦੀ ਲੋੜ ਨਹੀਂ ਕਿ ਸਾਡਾ ਸਰੀਰ ਮਿੱਟੀ ਦੇ ਵਿੱਚ ਮਿੱਟੀ ਹੋ ਜਾਏ। ਇਹ ਆਪਣੇ ਆਪ ਹੋ ਜਾਏਗਾ। ਪਰ ਜਿਹੜਾ ਇਸ ਸਰੀਰ ਦੇ ਵਿੱਚ ਛੁਪਿਆ ਹੋਇਆ ਮਨ ਹੈ, ਇਹਦਾ ਜਿਹੜਾ ਘਰ ਹੈ, ਇਹ ਜਿੱਥੋਂ ਆਇਆ ਹੈ, ਇਹ ਵਾਪਸ ਆਪਣੇ ਘਰ ਵਿੱਚ ਆਪਣੇ ਆਪ ਨਹੀਂ ਜਾਵੇਗਾ। ਇਸ ਲਈ ਬਾਣੀ ਆਵਾਜ਼ ਦਿੰਦੀ ਹੈ ਕਿ ਮਨ ਪਰਦੇਸੀ ਪਿਆਰੇ ਵੇ ਆਓ ਕਰੇ। ਇਹ ਪਰਦੇਸੀ ਮਨਾ, ਇਹ ਤੂੰ ਪਰਦੇਸ ਵਿੱਚ ਜਾ ਕੇ ਭੁੱਲ ਗਿਆ ਆਪਣੇ ਅਸਲ ਘਰ ਨੂੰ, ਹੁਣ ਵਾਪਸ ਆ। ਫਿਰ ਕੀ ਉਪਰਾਲਾ ਕਰੀਏ ਕਿ ਸਾਡਾ ਜੋ ਮਨ ਹੈ ਇਹ ਆਪਣੇ ਘਰ ਵਿੱਚ ਆਪਣੇ ਧੁਰੇ ਵਿੱਚ ਵਾਪਸ ਚਲ ਜਾਏ। ਇਹਦੇ ਲਈ ਫਿਰ ਲੋੜ ਪੈਂਦੀ ਹੈ ਜਪ ਤਪ ਦੀ। ਇਹਦੇ ਲਈ ਲੋੜ ਪੈਂਦੀ ਹੈ ਅੰਮ੍ਰਿਤ ਵੇਲੇ ਇਹਨੂੰ ਨਾਮ ਦਾ ਧੱਕਾ ਲਗਾਉਣਾ ਪੈਂਦਾ ਹੈ, ਸਤਸੰਗ ਦਾ ਸਰਵਣ ਕਰਨਾ ਪੈਂਦਾ ਹੈ, ਸਤਿਗੁਰਾਂ ਦੀ ਬਾਣੀ ਪੜ੍ਹਨੀ ਪੈਂਦੀ ਹੈ। ਮੇਰੀ ਭੈਣਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਮੈਂ ਦੇਖ ਰਿਹਾ ਪਿੱਛੇ ਗੱਲਾਂ ਕਰ ਰਹੀਆਂ ਨੇ। ਦੇਖੋ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਤੁਸੀਂ ਬੈਠੇ ਹੋ। ਜਦੋਂ ਫਿਰ ਸਾਡੇ ਬੱਚੇ ਸਾਡੇ ਹੱਥਾਂ 'ਚੋਂ ਨਿਕਲ ਜਾਂਦੇ ਨੇ, ਫਿਰ ਅਸੀਂ ਦੋਸ਼ ਦਿੰਦੇ ਹਾਂ। ਕੁੱਲ ਲੋਕਾਈ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਵਿੱਚ ਬਿਰਾਜਮਾਨ ਨੇ। ਤੁਸੀਂ ਉਹਨਾਂ ਦੇ ਚਰਨਾਂ 'ਚ ਆਏ ਹੋ। ਜਦ ਤੁਸੀਂ ਉਹਨਾਂ ਦੀ ਬਾਣੀ ਦਾ ਸਤਿਕਾਰ ਨਹੀਂ ਕਰਦੇ ਤਾਂ ਆਪਾਂ ਕੀ ਉਮੀਦ ਕਰ ਸਕਦੇ ਹਾਂ ਕਿ ਸਾਡੇ ਬੱਚੇ ਗਾਹਾਂ ਸਾਡਾ ਸਤਿਕਾਰ ਕਰਨਗੇ। ਮੈਂ ਦੇਖਦਾ ਹਾਂ, ਮੈਨੂੰ ਥੋੜ੍ਹੇ ਦਿਨਾਂ ਤੋਂ ਬਾਹਰ ਘਰਾਂ ਵਿੱਚ ਜਾ ਕੇ ਵੀ ਪਾਠ ਕਰਨ ਦਾ ਮੌਕਾ ਮਿਲਿਆ। ਇੱਕ ਗੱਲ ਮੈਂ ਨੋਟ ਕੀਤੀ ਹੈ, ਲੋਕੀ ਘਰ ਵਿੱਚ ਪਾਠ ਤਾਂ ਕਰਾ ਲੈਂਦੇ ਨੇ ਪਰ ਸੁਣਦਾ ਕੋਈ ਨਹੀਂ। ਇੱਕ ਸਿਰਫ ਫਾਰਮੈਲਿਟੀ ਹੈ। ਹੱਥ ਜੋੜ ਕੇ ਮੈਂ ਮਾਫੀ ਮੰਗ ਲਵਾਂ। ਦੇਖੋ, ਜੇ ਪਾਠ ਕਰਾਉਣਾ ਹੈ ਤਾਂ ਮਹਾਰਾਜ ਦੀ ਹਜ਼ੂਰੀ ਦੇ ਮੂਹਰੇ ਬੈਠੋ। ਹੁਣ ਤੁਸੀਂ ਸੋਚੋ, ਤੁਹਾਡੇ ਘਰ ਵਿੱਚ ਕੋਈ ਵੱਡਾ ਆਫਿਸਰ ਆਇਆ ਹੋਵੇ, ਕੋਈ ਤੁਹਾਡਾ ਖਾਸ ਬੰਦਾ ਘਰ ਵਿੱਚ ਆਇਆ ਹੋਵੇ, ਤਾਂ ਤੁਸੀਂ ਉਹਨੂੰ ਆਪਣੇ ਕਮਰੇ ਵਿੱਚ ਬਿਠਾਲ ਕੇ, ਸੋਫੇ ਤੇ ਬਿਠਾਲ ਕੇ ਆਪ ਆਪਣੇ ਕੰਮ ਕਰੀ ਚਲੋ। ਕੋਈ ਮੋਹਰਿਓਂ ਲੰਘ ਕੇ ਇੱਧਰ ਨੂੰ ਚੱਲ ਜਾਏ, ਕੋਈ ਮੋਹਰਿਓਂ ਲੰਘ ਕੇ ਇੱਧਰ ਨੂੰ ਚੱਲ ਜਾਏ, ਤਾਂ ਉਹ ਕੀ ਸੋਚੇਗਾ? ਉਹਦੇ ਮਨ ਤੇ ਕੀ ਬੀਤੇਗੀ ਕਿ ਮੈਨੂੰ ਘਰ ਬੁਲਾਇਆ ਵੀ ਤੇ ਮੇਰੇ ਨਾਲ ਕੋਈ ਗੱਲ ਵੀ ਨਹੀਂ ਕਰ ਰਿਹਾ, ਨਾ ਕੋਈ ਮੇਰੀ ਸੁਣਦੇ ਆ, ਮੈਂ ਇਕੱਲਾ ਹੀ ਬੋਲੀ ਜਾ ਰਿਹਾ। ਅਸੀਂ ਗੁਰੂ ਮਹਾਰਾਜ ਦਾ ਸਰੂਪ ਘਰ ਲੈ ਜਾਂਦੇ ਹਾਂ, ਇਸ ਗੱਲ ਦਾ ਧਿਆਨ ਹੀ ਨਹੀਂ ਰੱਖਦੇ। ਕੋਈ ਕਿਚਨ ਵਿੱਚ ਚਾਹ ਬਣਾਉਣ ਤੇ ਪਕੌੜੇ ਬਣਾਉਣ ਤੇ ਲੱਗਾ ਹੁੰਦਾ ਹੈ, ਕੋਈ ਰੋਟੀ ਦੇ ਟੇਬਲ ਲਗਾਉਣ ਤੇ ਲੱਗਾ ਹੁੰਦਾ। ਇਹ ਕੰਮ ਪਹਿਲਾਂ ਨਿਬੇੜ ਲਿਆ ਕਰੋ। ਜਦ ਪਤਾ ਹੁੰਦਾ ਹੈ ਕਿ ਘਰ ਵਿੱਚ ਪਾਠ ਹੋਣਾ ਹੈ ਨਾ, ਇਹ ਗੁਰੂ ਮਹਾਰਾਜ ਦੇ ਆਉਣ ਤੋਂ ਪਹਿਲਾਂ ਕੰਮ ਨਿਬੇੜ ਲੈ। ਤੇ ਜਿਹੜਾ ਬਾਕੀ ਚਾਹ ਪਾਣੀ ਦਾ ਖਾਣ ਪੀਣ ਦਾ ਕੰਮ ਹੈ ਉਹ ਬਾਅਦ ਵਿੱਚ ਸ਼ੁਰੂ ਕਰੋ। ਫਿਰ ਜੇ ਪਾਠ ਕਰਾਉਣਾ ਹੈ ਤਾਂ ਫਿਰ ਸ਼ਰਧਾ ਦੇ ਨਾਲ ਕਰਾਓ। ਐਵੇਂ ਦੇਖੋ ਦਿਖਾਈ ਰਸਮਾਂ ਦੇ ਤੌਰ ਤੇ ਕਰਾਉਣ ਦੀ ਲੋੜ ਨਹੀਂ।
ਤੇ ਜੇ ਸਤਸੰਗ ਵਿੱਚ ਬੈਠਣਾ ਹੈ ਤਾਂ ਇਹਨੂੰ ਸੱਚ ਦਾ ਘਰ ਜਾਣ ਕੇ ਬੈਠੋ। ਇਸ ਤਰ੍ਹਾਂ ਸਮਝੋ ਕਿ ਸਤਿਗੁਰੂ ਰਵਿਦਾਸ ਮਹਾਰਾਜ ਬਾਕਿਆ ਇੱਥੇ ਮੌਜੂਦ ਹਨ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਨੂੰ ਸੁਣ ਰਹੇ ਨੇ, ਸਾਨੂੰ ਦੇਖ ਰਹੇ ਨੇ। ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਉਹ ਹਮੇਸ਼ਾ ਨਾਲ ਹੈ, ਹਮੇਸ਼ਾ ਹਰ ਨੂੰ ਸੁਣ ਰਿਹਾ ਹੈ ਤੇ ਹਰ ਇੱਕ ਨੂੰ ਦੇਖ ਰਿਹਾ ਹੈ। ਸੋ ਇਸ ਲਈ ਭੈਣਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿੰਨਾ ਚਿਰ ਬੈਠਣਾ ਹੈ ਇਕਾਗਰਤਾ ਦੇ ਨਾਲ। ਸੋ ਵਿਚਾਰ ਮੈਂ ਕਰ ਰਿਹਾ ਸੀ ਕਿ ਇਹ ਜੋ ਮਨ ਹੈ, ਇਹ ਮਨ ਆਪਣੇ ਆਪ ਆਪਣੇ ਮੂਲ ਵਿੱਚ, ਆਪਣੇ ਘਰ ਵਿੱਚ ਵਾਪਸ ਨਹੀਂ ਜਾਏਗਾ। ਇਸ ਲਈ ਸਤਸੰਗ ਦੀ ਲੋੜ ਪੈਂਦੀ ਹੈ, ਕਥਾ ਕੀਰਤਨ ਦੀ ਲੋੜ ਪੈਂਦੀ ਹੈ। ਆਓ ਕਬੀਰ ਸਾਹਿਬ ਇਉਂ ਫਰਮਾਨ ਕਰ ਰਹੇ ਨੇ, ਨਾਵਨ ਕੋ ਤੀਰਥ ਕਣੇ ਮਨ ਬੋਰਾ ਰੇ, ਨਾਵਨ ਕੋ ਤੀਰਥ ਕਣੇ ਮਨ ਬੋਰਾ ਰੇ, ਪੂਜਨ ਕੋ ਬਹੁ ਦੇਵ, पूजन को बहु देव, कहो कबीर छूटन नहीं मन बोरा रे, कहो कबीर छूटन नहीं मन बोरा रे, छूटन हर की सेव। सतगुर कबीर जी महाराज इस शब्द विच मन नूं संबोधन करते हुए कुछ जीवां दियां उदाहरणां दे रहे ने। सतगुर शब्द शुरू करते ने, काल बूत की हस्तनी मन बौरा रे, चलत रचियो जगदीश, काम सुआए गज बस परे मन बौरा रे, अंकस सहयो सीस। कि ऐ बौरे मना, कि तू हाथी दे जीवन नूं नहीं जानदा? हाथी किन्ना बलशाली हुंदा है, किन्ना बलवान हुंदा है, किन्ना वड्डा उहदा शरीर है, किन्नी उहदे विच ताकत है कि बड़े बड़े दरख्त पुट के सुट दिंदा है। पर उहनूं जदों मनुख वस करदे ने तां उहदी कमजोरी करके उहनूं वस कर लैंदे ने। की तू इस कहानी नहीं जानदा मना? की करदे ने? काल बूत की हस्तनी मन बौरा रे, कि ऐ बौरे मना, हाथी नूं फड़न वाले लोग की करदे ने? एक लकड़ी दा कलबूत हस्तनी दा हथनी दा तैयार कर लेंदे, कागजां दी हथनी तैयार कर लेंदे ने ते एक बड़ा सारा टोआ पुट के उहदे ते उहनूं खड़ी कर दिंदे ने ते हाथी काम वस हो के उहदे वल जदों दौड़िया आउंदा है तां ओह उस टोए विच डिग जांदा है। तां फिर बहुत दिन उसनूं भुखा रखदे ने, एक लोहे दी सीख दे नाल उसनूं मारदे ने, कुटदे ने ते उसनूं वस विच कर लैंदे ने। काल बूत की हस्तनी मन बौरा रे, चलत रचियो जगदीश, काम सुआए गज बस परे। काम दा मारिया होया हाथी वस विच आ जांदा है। अंकस सहयो सीस, फिर उस मुहावत दा जिसने उसनूं वस कीता हुंदा है फिर ओदी मार सहंदा है। फिर देखदे ने कि लोग एडे वड्डे हाथी नूं वस करके उहनूं नाल लैके तुर पैंदे ने मंगण दे लई। क्यों? क्योंकि उहनूं भुखा रख रख के बेबस कर दिता, उन्हां दे अधीन हो गया। देखो असी भी कई दफ़ा इस तरह करते हैं। असी देखो जिहड़ा हाथी है वो बड़े बड़े दरख्त पुट दिंदा है, पर जिहड़ा उसका मालक है, जिहड़ा महावत है, उहनूं लिया के एक छोटे जिहे खुंड दे नाल एक कीले नाल बन दिंदा है। वो कीला उहदे मन नूं इस तरह हो गया कि मेरे कोलों ये कीला नहीं पुट होना। असी भी कई साडे विच इहो जिहियां बहुत समियां तो जां पिछलियां सदियां तो इहो जिहे कि रीति रिवाज चले आउंदे ने जिन्हां दे नाल लगदा कि असी हुण बिल्कुल बज्जे गए। सानूं इस तरह लगदा कि असी ये पुट नहीं सकदे।
ਸਾਡੀ ਹਾਲਤ ਉੱਥੇ ਐਨ ਉਸ ਹਾਥੀ ਦੀ ਤਰ੍ਹਾਂ ਹੋ ਜਾਂਦੀ ਹੈ। ਵੱਡੇ ਵੱਡੇ ਦਰਖਤ ਤਾਂ ਪੁੱਟ ਦਿੰਦਾ ਏ, ਪਰ ਜਿੱਥੇ ਉਸ ਨੂੰ ਉਹਦਾ ਮਾਲਕ ਬੰਨ੍ਹ ਦਿੱਤਾ ਏ ਉਹ ਕੀਲਾ ਉਹ ਨਹੀਂ ਉਹ ਤੋਂ ਪੁੱਟ ਹੁੰਦਾ, ਕਿਉਂਕਿ ਉਹਦੀ ਮਾਨਸਿਕਤਾ ਉਹਦੇ ਨਾਲ ਵੱਜੀ ਗਈ। ਇਸੇ ਤਰ੍ਹਾਂ ਸਦੀਆਂ ਤੋਂ ਅਸੀਂ ਗੁਲਾਮ ਰਹੇ, ਸਾਨੂੰ ਕਰਮਕਾਂਡ ਵਿੱਚ ਵਸਾ ਕੇ ਰੱਖਿਆ। ਹੁਣ ਅਸੀਂ ਇਸ ਤਰ੍ਹਾਂ ਸਾਡੀ ਮਨੋਭਾਵਨਾ ਜਾਂ ਮਨੋਦਸ਼ਾ ਉਹਦੇ ਨਾਲ ਵੱਜ ਗਈ ਹੈ ਕਰਮ ਕਾਂਡਾਂ ਦੇ ਨਾਲ, ਤਾਂ ਹੁਣ ਸਾਨੂੰ ਇਹ ਲੱਗਦਾ ਕਿ ਸ਼ਾਇਦ ਜੇ ਅਸੀਂ ਇਹਨਾਂ ਨੂੰ ਬੰਦ ਕਰ ਦਿੱਤਾ ਜਾਂ ਛੱਡ ਦਿੱਤਾ ਤਾਂ ਸਾਡੇ ਕੰਮ ਨਹੀਂ ਹੋਣਗੇ, ਸਾਡੇ ਕੋਲ ਕੋਈ ਗਲਤੀ ਹੋ ਜਾਏਗੀ, ਗੁਰੂ ਪਾਤਸ਼ਾਹ ਸਾਡੇ ਤੋਂ ਨਾਰਾਜ਼ ਹੋ ਜਾਏਗਾ, ਪਰਮਾਤਮਾ ਸਾਡੇ ਤੋਂ ਨਾਰਾਜ਼ ਹੋ ਜਾਏਗਾ। ਪਰ ਇੱਦਾਂ ਨਹੀਂ, ਸਾਡੇ ਮਨ ਨੂੰ ਸੱਚ ਦਾ ਗਿਆਨ ਹੋਣਾ ਚਾਹੀਦਾ, ਸੱਚ ਸਮਝਾਉਣ ਵਾਲਾ ਕੋਈ ਚਾਹੀਦਾ ਹੈ। ਹਰ ਇੱਕ ਚੀਜ਼ ਸਤਿਗੁਰਾਂ ਦੀ ਬਾਣੀ 'ਚੋਂ ਪਤਾ ਲੱਗਦੀ ਹੈ। ਖੈਰ, ਪਹਿਲੀ ਇਹ ਉਦਾਹਰਨ ਦਿੰਦੇ ਨੇ ਕਿ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਵਸ ਪਰੇ ਮਨ ਬੌਰਾ ਰੇ, ਅੰਕਸ ਸਹਿਉ ਸੀਸ। ਕਾਮ ਦਾ ਮਾਰਿਆ ਹੋਇਆ ਹਾਥੀ ਵਸ ਵਿੱਚ ਆ ਜਾਂਦਾ ਏ, ਵਿਖੇ ਬਾਚ ਹਰ ਰਾਚ ਸਮਝ ਮਨ ਬੌਰਾ ਰੇ, ਕਿ ਐ ਮਨਾ ਇਹ ਜੋ ਵਿਖਿਆ ਏ, ਇਹ ਜੋ ਜ਼ਹਿਰ ਏ, ਇਹ ਜੋ ਤੂੰ ਦੁਨਿਆਵੀ ਪਦਾਰਥਾਂ ਦੇ ਵਿੱਚ ਰਚਿਆ ਹੈ, ਇਹਨਾਂ ਤੋਂ ਬਚ ਲੈ। ਹਰ ਰਾਜ ਉਸ ਅਕਾਲ ਪੁਰਖ ਦੇ ਨਾਲ ਰਚ ਕੇ ਰਹਿ, ਜੁੜ ਕੇ ਰਹਿ। ਐ ਬੋਰੇ ਮਨਾ, ਇਹ ਗੱਲ ਤੇਰੇ ਕਦੋਂ ਸਮਝ ਵਿੱਚ ਆਏਗੀ। ਅੱਗੇ ਸਤਿਗੁਰ ਆਖਦੇ ਨੇ, ਨਿਰਭੈ ਹੋਏ ਨਾ ਹਰ ਭਜੈ, ਮਨ ਬੋਰਾ ਰੇ, ਗਹਿਓ ਨਾ ਰਾਮ ਜਹਾਜ। ਕਿ ਐ ਮਨਾ, ਤੂੰ ਨਿਰਭੈ ਹੋ ਕੇ, ਡਰ ਤੋਂ ਰਹਿਤ ਹੋ ਕੇ ਉਸ ਅਕਾਲ ਪੁਰਖ ਦੀ ਆਰਾਧਨਾ ਕਿਉਂ ਨਹੀਂ ਕਰਦਾ। ਜੇ ਆਪਾਂ ਗਹਿਰਾਈ ਦੇ ਨਾਲ ਦੇਖੀਏ ਤਾਂ ਹਰ ਇੱਕ ਇਨਸਾਨ ਭੌ ਦੇ ਵਿੱਚ ਹੈ। ਕੋਈ ਬੇਸ਼ੱਕ ਜਿੱਦਾਂ ਮਰਜ਼ੀ ਕਹੀ ਜਾਏ ਕਿ ਮੈਨੂੰ ਕੋਈ ਡਰ ਨਹੀਂ, ਮੈਨੂੰ ਕਿਸੇ ਦੀ ਪਰਵਾਹ ਨਹੀਂ, ਹਰ ਇੱਕ ਇਨਸਾਨ ਭੈ ਦੇ ਵਿੱਚ ਹੈ। ਕੋਈ ਮੌਤ ਦੇ ਭੈ ਵਿੱਚ ਜੀ ਰਿਹਾ ਹੈ, ਕੋਈ ਇਸ ਭੈ ਵਿੱਚ ਜੀ ਰਿਹਾ ਹੈ ਕਿ ਅੱਜ ਜੋ ਮੇਰੇ ਕੋਲ ਧਨ ਦੌਲਤ ਹੈ ਇਹ ਕਿਤੇ ਚਲੀ ਨਾ ਜਾਏ, ਜੋ ਅੱਜ ਮੇਰੀ ਮਾਣ ਵਡਿਆਈ ਹੈ, ਜੋ ਅੱਜ ਮੇਰੀ ਸ਼ੋਭਾ ਇਸ ਸੰਸਾਰ ਵਿੱਚ, ਇਹ ਕਿਤੇ ਚਲੀ ਨਾ ਜਾਏ। ਇਹ ਵੀ ਇੱਕ ਡਰ ਹੈ। ਜੋ ਅੱਜ ਮੇਰੀ ਜਵਾਨੀ ਹੈ, ਜੋ ਅੱਜ ਮੇਰੇ ਸਰੀਰ ਦਾ ਪਕੜ ਹੈ, ਇਹ ਕਿਤੇ ਚਲੀ ਨਾ ਜਾਏ। ਇਹ ਵੀ ਇਨਸਾਨ ਦੇ ਮਨ ਵਿੱਚ ਭੈ ਹੈ। ਤੇ ਸਤਿਗੁਰ ਪਾਤਸ਼ਾਹ ਆਖਦੇ ਨੇ ਕਿ ਐ ਮਨਾ, ਜੇ ਉਸ ਅਕਾਲ ਪੁਰਖ ਨੂੰ ਆਰਾਧਣਾ ਹੈ ਤਾਂ ਸਾਰੇ ਭੈ ਤੋਂ ਰਹਿਤ ਹੋ ਕੇ ਆਰਾਧ, ਕਿਉਂਕਿ ਉਹ ਆਪ ਵੀ ਪਰਿਪੂਰਨ ਪਰਮਾਤਮਾ ਨਿਰਭਉ ਹੈ ਤੇ ਨਿਰਵੈਰ ਹੈ। ਉਹਦੇ ਨਾਲ ਜੁੜ ਕੇ ਹੀ ਇਨਸਾਨ ਨਿਰਭਉ ਹੋ ਸਕਦਾ ਹੈ, ਅਨਿਥਾ ਹਰ ਇੱਕ ਇਨਸਾਨ ਕਿਸੇ ਨਾ ਕਿਸੇ ਭੈ ਦੇ ਵਿੱਚ ਜੀ ਰਿਹਾ ਹੈ। ਅੱਗੇ ਸਤਿਗੁਰ ਉਦਾਹਰਨ ਬਹੁਤ ਖੂਬਸੂਰਤ ਦਿੰਦੇ ਨੇ, ਮਰਕਟ ਮੁਸਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ, ਛੂਟਨ ਕੋ ਸਹਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਜਿਹੜੇ ਲੋਕੀ ਬਾਂਦਰ ਨੂੰ ਫੜਦੇ ਨੇ, ਬਾਂਦਰ ਨੂੰ ਵਸ ਵਿੱਚ ਕਰਦੇ ਨੇ, ਹੁਣ ਉਹਦੀ ਉਦਾਹਰਨ ਦਿੱਤੀ ਹੈ ਕਿ ਐ ਮਨਾ, ਤੂੰ ਬਾਂਦਰ ਦੀ ਕਹਾਣੀ ਭੁੱਲ ਗਿਆ ਕਿ ਬਾਂਦਰ ਨੂੰ ਵਸ ਵਿੱਚ ਕਰਨ ਲਈ ਕੀ ਕਰਦੇ ਨੇ। ਜਿਨ੍ਹਾਂ ਨੇ ਬਾਂਦਰ ਨੂੰ ਵਸ ਕਰਨਾ ਹੈ ਉਹ ਕੀ ਕਰਦੇ ਨੇ, ਇੱਕ ਕੁੱਜਾ ਮਿੱਟੀ ਵਿੱਚ ਦੱਬ ਦਿੰਦੇ ਨੇ, ਮਿੱਟੀ ਵਿੱਚ ਦੱਬ ਕੇ ਉਹਦੇ ਵਿੱਚ ਚਨੇ, ਭੁੱਜੇ ਹੋਏ ਚਨੇ ਪਾ ਦਿੰਦੇ ਨੇ। ਤੇ ਬਾਂਦਰ ਜਿਹੜਾ ਉਹ ਚਨਿਆਂ ਦਾ ਸ਼ੌਕੀਨ ਹੁੰਦਾ ਹੈ, ਉਹ ਕੁੱਜੇ ਦਾ ਮੂੰਹ ਸੌੜਾ ਹੁੰਦਾ ਹੈ, ਛੋਟਾ ਹੁੰਦਾ ਹੈ, ਤੰਗ ਹੁੰਦਾ ਹੈ। ਤੇ ਜਦੋਂ ਬਾਂਦਰ ਆਉਂਦਾ ਹੈ, ਉਹ ਚਨੇ ਦੇਖਦਾ ਹੈ, ਉਹ ਹੱਥ ਉਸ ਵਿੱਚ ਪਾ ਤਾਂ ਲੈਂਦਾ ਹੈ ਕਿਉਂਕਿ ਹੱਥ ਸਿੱਧਾ ਹੈ, ਪਰ ਜਦੋਂ ਉਹ ਮੁੱਠ ਭਰ ਲੈਂਦਾ ਹੈ ਚਨਿਆਂ ਦੀ, ਫਿਰ ਹੱਥ ਬਾਹਰ ਨਹੀਂ ਨਿਕਲਦਾ। ਮਰਕਟ ਮੁਸਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ। ਹੱਥ ਪਸਾਰ ਕੇ ਉਹਨੇ ਲੈ ਤਾਂ ਲਈ, ਉਹ ਮੁੱਠੀ ਭਰ ਲਈ, ਪਰ ਹੁਣ ਜਦ ਬਾਹਰ ਖਿੱਚ ਰਿਹਾ ਹੈ ਤੇ ਉਹ ਤੋਂ ਹੱਥ ਬਾਹਰ ਨਹੀਂ ਨਿਕਲ ਰਿਹਾ। ਹੁਣ ਆਪਣੇ ਲੋਭ ਵਸ ਆਇਆ, ਉਹ ਫਸ ਜਾਂਦਾ ਹੈ, ਫਿਰ ਚੀਕਾ ਮਾਰਦਾ ਹੈ ਪਰ ਨਿਕਲ ਨਹੀਂ ਹੁੰਦਾ। ਤੇ ਫੜਨ ਵਾਲੇ ਉਸ ਬਾਂਦਰ ਨੂੰ ਆ ਕੇ ਫੜ ਲੈਂਦੇ ਨੇ ਤੇ ਵਸ ਵਿੱਚ ਕਰਦੇ ਨੇ, ਤੇ ਫਿਰ ਨਾਲ ਲੈ ਕੇ ਘਰ ਘਰ ਮੰਗਦਾ ਫਿਰਦਾ ਹੈ ਬਾਂਦਰ। ਉਹ ਸਿਰਫ ਆਪਣੇ ਲੋਭ ਦਾ ਮਾਰਿਆ ਬਸ ਵਿੱਚ ਆ ਗਿਆ ਤੇ ਫਿਰ ਘਰ ਘਰ ਮੰਗਦਾ ਫਿਰਦਾ ਹੈ। ਅੱਗੇ ਸਤਿਗੁਰ ਆਖਦੇ ਨੇ ਕਿ ਜਿਉ ਨਲਨੀ ਸੂਟਾ ਗਹਿਓ ਮਨ ਬੌਰਾ ਰੇ, ਮਾਇਆ ਇਹੋ ਬਿਹਾਰ। ਕਿ ਇਹ ਬੌਰੇ ਮਨਾ, ਇੱਕ ਹੋਰ ਉਦਾਹਰਨ ਸੁਣ। ਇੱਕ ਜਿਹੜਾ ਜਾਲ ਹੈ, ਦੇਖੋ ਇਹ ਜਾਲੇ ਨੇ, ਇਹ ਕੜਕੀਆਂ ਨੇ। ਹਾਥੀ ਨੂੰ ਫਸਾਉਣ ਦੀ ਕੜਕੀ ਵੱਖਰੀ ਹੈ, ਬਾਂਦਰ ਨੂੰ ਫਸਾਉਣ ਦੇ ਲਈ ਵੱਖਰੀ ਹੈ। ਤੇ ਹੁਣ ਤੋਤੇ ਦੀ ਗੱਲ ਕਰਦੇ ਨੇ, ਸੂਟਾ ਕਹਿੰਦੇ ਨੇ ਤੋਤੇ ਨੂੰ। ਜਿਹੜੇ ਤੋਤੇ ਨੂੰ ਫੜਦੇ ਨੇ, ਕਹਿੰਦੇ ਨੇ ਕਿ ਇੱਕ ਲੱਕੜ ਦਾ ਹਲਕਾ ਜਿਹਾ ਛੋਟਾ ਜਿਹਾ ਢੋਲ ਬਣਾ ਕੇ ਦੋ ਡੰਡਿਆਂ ਦੇ ਸਹਾਰੇ ਉਹਨੂੰ ਖੜਾ ਕਰ ਦਿੰਦੇ ਨੇ। ਉਹ ਨਲਨੀ ਇੱਕ ਗੋਲ ਜਿਹੀ ਚੀਜ਼ ਉਸ ਦੇ ਉੱਤੇ ਲਗਾ ਦਿੰਦੇ ਨੇ, ਤੇ ਥੱਲੇ ਉਸ ਢੋਲ ਦੇ ਉਹ ਪਾਣੀ ਦਾ
ਇੱਕ ਬਾਟਾ, ਇੱਕ ਪਾਣੀ ਦਾ ਭਾਂਡਾ ਭਰ ਕੇ ਰੱਖ ਦਿੰਦੇ ਨੇ। ਤੇ ਜਦੋਂ ਤੋਤਾ ਉਸ ਤੇ ਆ ਕੇ ਬਹਿੰਦਾ ਏ ਤੇ ਉਹਦੇ ਭਾਰ ਦੇ ਨਾਲ ਉਹ ਘੁੰਮ ਜਾਂਦੀ ਏ ਤੇ ਤੋਤਾ ਉਲਟ ਹੋ ਜਾਂਦਾ ਏ। ਤੇ ਉਲਟਾ ਹੋ ਕੇ ਜਦੋਂ ਨੀਚੇ ਦੇਖਦਾ ਏ ਪਾਣੀ, ਤਾਂ ਉਹਨੂੰ ਉਹ ਪਾਣੀ ਬਹੁਤ ਜ਼ਿਆਦਾ ਲੱਗਦਾ ਏ। ਹੁੰਦਾ ਤਾਂ ਥੋੜਾ ਏ ਪਰ ਉਲਟਾ ਹੋਣ ਕਰਕੇ ਜ਼ਿਆਦਾ ਲੱਗਦਾ ਏ। ਤੇ ਤੋਤਾ ਡਰ ਜਾਂਦਾ ਏ ਕਿ ਜੇਕਰ ਮੈਂ ਹੱਥ ਛੱਡੇ ਮੈਂ ਇਸ ਪਾਣੀ ਦੇ ਵਿੱਚ ਡੁੱਬ ਜਾਵਾਂਗਾ, ਮਰ ਜਾਵਾਂਗਾ। ਇਸੇ ਕਰਕੇ ਉਹ ਆਪਣੇ ਹੱਥ ਛੱਡਦਾ ਨਹੀਂ ਤੇ ਤੋਤੇ ਨੂੰ ਫੜਨ ਵਾਲੇ ਆ ਕੇ ਤੋਤਾ ਫੜ ਲੈਂਦੇ ਨੇ। ਤੇ ਸਤਿਗੁਰ ਆਖਦੇ ਨੇ ਕਿ ਜੈਸਾ ਰੰਗ ਕੁਸੁੰਭ ਕਾ ਮਨ ਬੌਰਾ ਰੇ, ਤਿਉ ਪਸਰਿਓ ਪਸਾਰ। ਕੁਸੁੰਭ ਕਾ ਰੰਗ ਇੱਕ ਤਰ੍ਹਾਂ ਦਾ ਫੁੱਲ ਹੈ ਜਿਹਨੂੰ ਲੋਕੀ ਕੱਪੜਾ ਰੰਗਣ ਦੇ ਲਈ ਵਰਤਦੇ ਸਨ ਪਹਿਲੇ ਜ਼ਮਾਨਿਆਂ ਵਿੱਚ, ਕੁਸੁੰਭ ਦੇ ਰੰਗ ਨੂੰ। ਤੇ 2-4 ਦਿਨਾਂ ਦੇ ਵਿੱਚ ਉਹਦਾ ਰੰਗ ਉਤਰ ਜਾਂਦਾ ਸੀ, ਰੰਗ ਭੈੜਾ ਪੈ ਜਾਂਦਾ ਸੀ। ਤੇ ਸਤਿਗੁਰ ਕਬੀਰ ਆਖਦੇ ਨੇ ਕਿ ਮਨਾ, ਇਹ ਸੰਸਾਰ ਵੀ ਕੁਸੁੰਭ ਦੇ ਰੰਗ ਦੀ ਤਰ੍ਹਾਂ ਹੈ। ਇਹ ਸਥਿਰ ਰਹਿਣ ਵਾਲਾ ਨਹੀਂ ਹੈ, ਇਹ ਹਮੇਸ਼ਾ ਰਹਿਣ ਵਾਲਾ ਨਹੀਂ ਹੈ। ਇਹ ਆਪਣੇ ਮਨ ਨੂੰ ਸਮਝਾ ਲੈ ਗੱਲ। ਨਾਵਨ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕੋ ਬਹੁ ਦੇਵ। ਕਹੋ ਕਬੀਰ ਛੂਟਨ ਨਹੀਂ ਮਨ ਬੌਰਾ ਰੇ, ਛੂਟਨ ਹਰ ਕੀ ਸੇਵ। ਆਓ ਇਹਨਾਂ ਪੰਕਤੀਆਂ ਦੀ ਆਪਾਂ ਬਾਅਦ 'ਚ ਹੀ ਵਿਆਖਿਆ ਕਰਦੇ ਹਾਂ। ਆਪਾਂ ਸਤਿਗੁਰਾਂ ਦੀ ਬਾਣੀ ਦਾ ਆਨੰਦ ਵੀ ਮਾਣਨਾ। ਆਪਾਂ ਸਰਵਣ ਕੀਤਾ ਕਿ ਤੁਸੀਂ ਦੇਖਿਆ ਕਿ ਹਾਥੀ ਨੂੰ ਫੜਨ ਦੇ ਲਈ, ਵੱਸ ਵਿੱਚ ਕਰਨ ਦੇ ਲਈ ਜਾਲ ਕੜਕੀ ਵੱਖਰੀ ਹੈ। ਬਾਂਦਰ ਨੂੰ ਵੱਸ ਵਿੱਚ ਕਰਨ ਦੇ ਲਈ ਜਾਲ ਜਿਹੜੀ ਕੜਕੀ ਹੈ ਉਹ ਵੱਖਰੀ ਹੈ। ਇਸੇ ਤਰ੍ਹਾਂ ਤੋਤੇ ਨੂੰ ਵੀ ਕਿਸੇ ਤਰੀਕੇ ਨਾਲ ਵੱਖਰੀ ਕੜਕੀ ਲਾ ਕੇ ਵੱਸ ਵਿੱਚ ਕੀਤਾ ਜਾਂਦਾ ਹੈ, ਫੜਿਆ ਜਾਂਦਾ ਹੈ। ਤੇ ਇਸੇ ਤਰ੍ਹਾਂ ਅੰਤ ਵਿੱਚ ਸਤਿਗੁਰ ਕਬੀਰ ਜੀ ਆਖਦੇ ਨੇ ਕਿ ਮਨੁੱਖ ਨੂੰ ਵੀ ਜਕੜਨ ਦੇ ਲਈ ਇੱਕ ਕੜਕੀ ਹੈ। ਮਨੁੱਖ ਦੀ ਮਾਨਸਿਕਤਾ ਨੂੰ ਵੀ ਜਾਲ ਵਿੱਚ ਬੰਨਣ ਦੇ ਲਈ ਇੱਕ ਕੜਕੀ ਹੈ। ਦੇਖੋ ਜਿੰਨੀਆਂ ਵੀ ਜੂਨਾਂ ਨੇ, ਸਭ ਤੋਂ ਸ੍ਰੇਸ਼ਟ ਜੂਨ ਇਨਸਾਨ ਦੀ ਜੂਨ ਮੰਨੀ ਗਈ ਹੈ ਵੀ ਸਭ ਇਹ ਜੂਨਾਂ ਦਾ ਸਰਦਾਰ ਹੈ। ਤੇ ਇਸ ਸਰਦਾਰ ਨੂੰ, ਇਸ ਮਹਾਨ ਨੂੰ ਜਿਹੜੀ ਕੜਕੀ ਜਕੜ ਲੈ ਉਹ ਕੋਈ ਆਮ ਕੜਕੀ ਨਹੀਂ ਹੋਵੇਗੀ, ਉਹ ਜਾਲ ਕੋਈ ਆਮ ਨਹੀਂ ਹੋਵੇਗਾ। ਸਤਿਗੁਰ ਕਹਿੰਦੇ ਨੇ ਕਿ ਨਾਵਨ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕੋ ਬਹੁ ਦੇਵ। ਕਬੀਰ ਸਾਹਿਬ ਕਹਿੰਦੇ ਨੇ ਕਿ ਨਹਾਉਣ ਲਈ ਕੋਈ ਇੱਕ ਤੀਰਥ ਹੈ, ਬਥੇਰੇ ਤੀਰਥ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਜਿੱਥੇ ਮਰਜੀ ਜਾ ਕੇ ਨਹਾਈ ਚੱਲ। ਨਾਵਨ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕੋ ਬਹੁ ਦੇਵ। ਪੂਜਣ ਦੇ ਲਈ, ਸੇਵਾ ਕਰਨ ਦੇ ਲਈ ਕੋਈ ਇੱਕ ਦੇਵਤਾ ਹੈ, ਗਿਣਤੀ ਨਹੀਂ ਕੀਤੀ ਜਾ ਸਕਦੀ, ਬਥੇਰੇ ਦੇਵੀ ਦੇਵਤੇ ਨੇ। ਅੱਗੇ ਕੀ ਕਹਿੰਦੇ ਨੇ ਕਿ ਕਹੋ ਕਬੀਰ ਛੂਟਨ ਨਹੀਂ। ਕਬੀਰ ਸਾਹਿਬ ਕਹਿੰਦੇ ਨੇ ਜਿੱਥੇ ਮਰਜੀ ਜਾ ਕੇ ਤੀਰਥਾਂ ਤੇ ਇਸ਼ਨਾਨ ਕਰ ਲੈ, ਜਿਹੜਾ ਮਰਜੀ ਦੇਵੀ ਦੇਵਤਾ ਮਨਾ ਲੈ, ਕਹੋ ਕਬੀਰ ਛੂਟਨ ਨਹੀਂ, ਤੂੰ ਛੁੱਟੇਗਾ ਨਹੀਂ। ਜਿਹੜੇ ਤੈਨੂੰ ਅਗਿਆਨਤਾ ਦੇ ਬੰਧਨ ਪੈ ਗਏ ਨੇ, ਇਹਨਾਂ ਚੋਂ ਤੂੰ ਛੁੱਟ ਨਹੀਂ ਸਕੇਗਾ। ਕਹੋ ਕਬੀਰ ਛੂਟਨ ਨਹੀਂ ਮਨ ਬੌਰਾ ਰੇ, ਛੂਟਨ ਹਰ ਕੀ ਸੇਵ। ਜੇ ਛੁੱਟਣਾ ਚਾਹੁੰਦਾ ਹੈ, ਜੇ ਅਗਿਆਨਤਾ ਦੇ ਵਿੱਚੋਂ ਆਪਣਾ ਇੱਕ ਪਾਸਾ ਚਾਹੁੰਦਾ ਹੈ, ਅਗਿਆਨਤਾ ਦੇ ਬੰਧਨਾਂ ਤੋਂ ਛੁੱਟਣਾ ਚਾਹੁੰਦਾ ਹੈ, ਤਾਂ ਸਤਿਗੁਰ ਕਬੀਰ ਕਹਿੰਦੇ ਨੇ ਕਿ ਛੂਟਨ ਹਰ ਕੀ ਸੇਵ। ਇੱਕੋ ਇੱਕ ਉਸ ਅਕਾਲ ਪੁਰਖ ਦੀ ਸੇਵਾ ਦੇ ਨਾਲ, ਆਰਾਧਨਾ ਦੇ ਨਾਲ ਤੂੰ ਜੰਜਾਲਾਂ ਦੇ ਵਿੱਚੋਂ ਛੁੱਟ ਸਕਦਾ ਹੈ, ਇਹਨਾਂ ਵਿਕਾਰਾਂ ਦੇ ਵਿੱਚੋਂ ਨਿਕਲ ਸਕਦਾ ਹੈ। ਅਨਿਥਾ ਆਮ ਜੋ ਹਿੰਦੂ ਮਤ ਹੈ ਉਹਦੀ ਇਹ ਧਾਰਨਾ ਹੈ ਕਿ ਜੇਕਰ ਇਨਸਾਨ ਸਾਰੀ ਉਮਰ ਵੀ ਪਾਪ ਕਰਦਾ ਰਹੇ ਤੇ ਆਪਣੇ ਮਰਨ ਤੋਂ ਪਹਿਲਾਂ 68 ਤੀਰਥਾਂ ਤੇ ਜਾ ਕੇ ਡੁਬਕੀ ਲਾ ਲੈ, ਇਸ਼ਨਾਨ ਕਰ ਲੈ, ਤਾਂ ਉਹ ਸਵਰਗ ਵਿੱਚ ਚਲ ਜਾਂਦਾ, ਉਹਦੇ ਪਾਪ ਸਾਰੇ ਖਤਮ ਹੋ ਜਾਂਦੇ ਨੇ। ਪਰ ਬਾਣੀ ਇਸ ਚੀਜ਼ ਨੂੰ ਨਹੀਂ ਮੰਨਦੀ। ਬਾਣੀ ਕਹਿੰਦੀ ਹੈ ਕਿ ਨਹੀਂ। ਬਾਣੀ ਦੀ ਬਹੁਤ ਸੁੰਦਰ ਇੱਕ ਪੰਕਤੀ ਹੈ। ਸਤਿਗੁਰ ਆਖਦੇ ਨੇ ਕਿ ਪਾਪ ਕਰੇ ਪੰਚਾਂ ਕੇ ਬਸਰੇ, ਧਿਆਨ ਦੇਣਾ, ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਾਏ ਕਹੇ ਸਭ ਉਤਰੇ। ਬੇ ਤੂੰ ਪਾਪ ਕਰਦਾ ਹੈ, ਪੰਜਾਂ ਵਿਕਾਰਾਂ ਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬਸ ਹੋ ਕੇ ਤੂੰ ਪਾਪ ਕਰਦਾ ਹੈ। ਤੇ ਫਿਰ ਕੀ ਸੋਚਦਾ ਹੈ ਕਿ ਤੀਰਥ ਨਾਏ ਕਹੇ ਸਭ ਉਤਰੇ। ਬੇ ਸੋਚਦਾ ਹੈ ਕਿ ਮੈਂ ਕੋਈ ਨਹੀਂ, ਹੁਣ ਪਾਪ ਕਰੀ ਜਾਵਾਂ, ਜਵਾਨੀ ਵਿੱਚ, ਬੁਢੇਪੇ ਵਿੱਚ ਜਾ ਕੇ 68 ਤੀਰਥਾਂ ਦੀ ਯਾਤਰਾ ਕਰ ਲੈਂਗਾ। ਤਾਂ ਸਤਿਗੁਰ ਆਖਦੇ ਨੇ ਕਿ ਇਸ ਤਰ੍ਹਾਂ ਪਾਪ ਨਹੀਂ ਤੇਰੇ ਲੈਣੇ। ਦੇਖੋ ਜਿਹੜੇ ਗੁਰਮਤਿ ਵਿੱਚ ਸਰੋਵਰ ਬਣਾਏ ਨੇ, ਕੋਈ ਸਵਾਲ ਕਰ ਸਕਦਾ ਹੈ ਕਿ ਸਿੱਖ ਧਰਮ ਵਿੱਚ ਵੀ ਤਾਂ ਸਰੋਵਰ ਹੈ ਹੀ ਨਹੀਂ, ਉਹਨਾਂ ਵਿੱਚ ਵੀ ਲੋਕ ਜਾ ਕੇ ਇਸ਼ਨਾਨ ਕਰਦੇ ਨੇ। ਜਿਹੜੇ ਗੁਰਮਤਿ ਦੇ ਸਰੋਵਰ ਨੇ, ਜੇਕਰ ਆਪਾਂ ਇਹਨਾਂ ਦਾ ਇਤਿਹਾਸ ਪੜ੍ਹੀਏ, ਗੁਰੂ ਮਹਾਰਾਜ ਨੇ ਸਰੋਵਰ ਪਟਵਾਏ ਜਾਂ ਖੂਹਾਂ ਕਈ ਜਗ੍ਹਾ ਤੇ ਪਟਵਾਈਆਂ, ਉਹਦਾ ਕੀ ਕਾਰਨ ਸੀ? ਕਿਉਂਕਿ ਜਿਹੜਾ ਉਸ ਸਮੇਂ ਦਾ ਸਿਸਟਮ ਸੀ, ਉਸ ਸਮੇਂ
ਜਿਨ੍ਹਾਂ ਨੂੰ ਸ਼ੂਦਰ ਸਮਾਜ ਕਹਿੰਦੇ ਸਨ, ਉਹਨਾਂ ਨੂੰ ਨਾ ਤਾਂ ਜਿੱਥੇ ਉੱਚੀ ਜਾਤ ਦੇ ਲੋਕ ਨਹਾਉਂਦੇ ਸਨ ਜਾਂ ਪਾਣੀ ਪੀਂਦੇ ਸਨ, ਉਸ ਜਗ੍ਹਾ ਨਾ ਹੀ ਸਾਨੂੰ ਨਹਾਉਣ ਦਾ ਹੱਕ ਸੀ ਤੇ ਨਾ ਹੀ ਸਾਨੂੰ ਉੱਥੋਂ ਪਾਣੀ ਪੀਣ ਦਾ ਹੱਕ ਸੀ। ਸਾਡੇ ਲੋਕ ਛੱਪੜਾਂ ਦੇ ਵਿੱਚ ਨਹਾਉਂਦੇ ਸੀ, ਛੱਪੜਾਂ 'ਚੋਂ ਗੰਦਾ ਪਾਣੀ ਪੀ ਲੈਂਦੇ ਸੀ। ਪਰ ਜਦੋਂ ਫਿਰ ਗੁਰਮਤਿ ਨੇ ਇਹ ਜੋ ਸਰੋਵਰ ਪਟਵਾਏ ਜਾਂ ਖੂਹਾਂ ਪਟਵਾਈਆਂ, ਇਹਦਾ ਇੱਕੋ ਇੱਕ ਇਹੀ ਕਾਰਨ ਸੀ ਕਿ ਹਰ ਇੱਕ ਜਾਤ ਦਾ, ਹਰ ਇੱਕ ਇਨਸਾਨ ਬਿਨਾਂ ਕਿਸੇ ਭੇਦ ਭਾਵ ਦੇ, ਬਿਨਾਂ ਕਿਸੇ ਵਿਤਕਰੇ ਦੇ ਇੱਥੇ ਇਸ਼ਨਾਨ ਵੀ ਕਰ ਸਕਦਾ ਇੱਕ ਜਗ੍ਹਾ, ਤੇ ਇਹਨਾਂ ਖੂਹਾਂ ਦੇ ਵਿੱਚੋਂ ਪਾਣੀ ਵੀ ਹਰ ਇੱਕ ਇਨਸਾਨ ਪੀ ਸਕਦਾ ਹੈ। ਕਿਸੇ ਨਾਲ ਕੋਈ ਭੇਦ ਭਾਵ, ਕੋਈ ਵਿਤਕਰਾ ਨਹੀਂ ਹੋਵੇਗਾ। ਇਸ ਲਈ ਸਤਿਗੁਰਾਂ ਨੇ ਜ਼ਿਆਦਾ ਜਿੱਥੇ ਵੀ ਗਏ ਨੇ, ਸਤਿਗੁਰਾਂ ਨੇ ਸਰੋਵਰ ਪਟਵਾਏ ਨੇ ਜਾਂ ਖੂਹਾਂ ਵੀ ਪਟਵਾਈਆਂ ਨੇ। ਉਹਦਾ ਇਹ ਸਭ ਤੋਂ ਮੇਨ ਵੱਡਾ ਕਾਰਨ ਇਹੀ ਸੀ ਕਿ ਉਸ ਸਮੇਂ ਸਮਾਜ ਵਿੱਚ ਬਰਾਬਰਤਾ ਨਹੀਂ ਸੀ। ਪੀਣ ਲਈ ਪਾਣੀ ਨਹੀਂ ਸੀ ਮਿਲਦਾ ਸ਼ੂਦਰ ਸਮਾਜ ਨੂੰ, ਨਹਾਉਣ ਲਈ ਪਾਣੀ ਨਹੀਂ ਸੀ ਮਿਲਦਾ। ਇਸ ਲਈ ਸਤਿਗੁਰਾਂ ਨੇ ਖੂਹਾਂ ਪਟਵਾਈਆਂ, ਸਰੋਵਰ ਪਟਵਾਏ। ਤੇ ਇੱਕ ਹੋਰ ਵੀ ਮਹਾਨਤਾ ਹੈ। ਦੇਖੋ, ਜਿਹੜਾ ਜਲ ਹੈ ਇਹਨੂੰ ਆਪਾਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਇੱਕ ਡਿੱਡ ਜੀਵ ਹੈ, ਇਹ ਮਰਿਆ ਹੋਇਆ ਜੀਵ ਨਹੀਂ ਹੈ। ਸਤਿਗੁਰ ਆਖਦੇ ਨੇ ਕਿ ਪਹਿਲਾ ਪਾਣੀ ਜੀਓ ਹੈ। ਸਭ ਤੋਂ ਪਹਿਲਾ ਜੀਵ ਵੈਸੇ ਪਾਣੀ ਨੂੰ ਮੰਨਿਆ ਗਿਆ ਹੈ। ਪਾਣੀ ਪਿਤਾ ਹੈ ਜਗਤ ਕਾ। ਬਹੁਤ ਪਾਣੀ ਦੀ ਮਹਾਨਤਾ ਬਾਣੀ ਵਿੱਚ ਆਉਂਦੀ ਹੈ। ਇਹ ਜਿਹੜਾ ਜੀਵ ਹੈ, ਇਹ ਜੀਵ ਹੈ। ਤੇ ਵਿਗਿਆਨੀ ਵੀ ਇਸ ਗੱਲ ਨੂੰ ਹੁਣ ਅਸੈਪਟ ਕਰਦੇ ਨੇ, ਮੰਨਦੇ ਨੇ ਕਿ ਪਾਣੀ ਵਿੱਚ ਇਹੋ ਜਿਹੀ ਸ਼ਕਤੀ ਹੈ ਕਿ ਜਿਹੜੀ ਚੀਜ਼ ਜਾਂ ਕੋਈ ਬੋਲ ਇਹਦੇ ਲਾਗੇ ਚੱਲਦੇ ਨੇ, ਉਹਨਾਂ ਦਾ ਅਸਰ ਇਹ ਆਪਣੇ ਵਿੱਚ ਸੋਖਦਾ ਹੈ ਪਾਣੀ। ਇਸੇ ਲਈ ਜਦੋਂ ਗੁਰੂ ਮਹਾਰਾਜ ਨੇ ਅੰਮ੍ਰਿਤ ਵੀ ਤਿਆਰ ਕਰਵਾਇਆ ਤਾਂ ਪਾਣੀ ਵਿੱਚ ਪਤਾਸੇ ਪਾਏ। ਜਿਹੜਾ 5 ਬਾਣੀਆਂ ਦਾ ਨਿਤਨੇਮ ਕੀਤਾ ਸੀ, ਉਹ ਇਸੇ ਕਰਕੇ ਹੁਕਮ ਕੀਤਾ ਸੀ ਕਿ ਜਦੋਂ ਵੀ ਤੁਸੀਂ ਬਾਣੀਆਂ ਦਾ ਨਿਤਨੇਮ ਕਰਨਾ ਹੈ, ਆਪਣੀ ਜਿਹੜੀ ਤੁਹਾਡੀ ਦ੍ਰਿਸ਼ਟੀ ਹੈ, ਜਿਹੜੀ ਨਿਗਾਹ ਹੈ, ਉਹ ਤੁਹਾਡੀ ਉਸ ਪਾਣੀ ਤੋਂ ਹਟਣੀ ਨਹੀਂ ਚਾਹੀਦੀ। ਇਹ ਜਿਹੜੀ ਵਾਈਬ੍ਰੇਸ਼ਨ ਹੈ, ਪਾਣੀ ਉਸ ਚੀਜ਼ ਨੂੰ ਆਪਣੇ ਅੰਦਰ ਸੋਖਦਾ ਹੈ, ਆਪਣੇ ਅੰਦਰ ਸਮਾਉਂਦਾ ਹੈ। ਇਸ ਲਈ ਫਿਰ ਬਾਣੀ ਦੇ ਨਾਲ ਤਿਆਰ ਕੀਤਾ ਹੋਇਆ ਪਾਣੀ ਉਹ ਅੰਮ੍ਰਿਤ ਬਣ ਜਾਂਦਾ ਹੈ। ਪਰ ਜੇਕਰ ਆਪਾਂ ਇਹ ਸੋਚੀਏ ਕਿ ਸਿਰਫ ਬਾਣੀ ਦੇ ਨਾਲ ਤਿਆਰ ਕੀਤਾ ਹੋਇਆ ਜਿਹੜਾ ਪਾਣੀ ਅੰਮ੍ਰਿਤ ਹੈ, ਉਹ ਪਾਣੀ ਪੀ ਕੇ ਜਾਂ ਉਹਦੇ ਨਾਲ ਇਸ਼ਨਾਨ ਕਰਕੇ ਹੀ ਸਾਡੇ ਪਾਪ, ਸਾਡੇ ਮਾੜੇ ਕਰਮ ਖਤਮ ਹੋ ਜਾਣੇ ਨੇ, ਸਾਡਾ ਅਗਿਆਨਤਾ ਦਾ ਭਾਂਡਾ ਫੁੱਟ ਜਾਣਾ ਹੈ, ਗਿਆਨ ਹੋ ਜਾਣਾ ਹੈ, ਤਾਂ ਇਸ ਗੱਲ ਨੂੰ ਬਾਣੀ ਨਹੀਂ ਮੰਨਦੀ। ਇਸ ਲਈ ਕਬੀਰ ਸਾਹਿਬ ਕਹਿੰਦੇ ਨੇ ਕਿ ਨਾਵਨ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕੋ ਬਹੁਤ ਹੀ। ਬਥੇਰੇ ਤੀਰਥ ਨੇ, ਬਥੇਰੇ ਦੇਵੀ ਦੇਵਤੇ ਨੇ ਪੂਜਣ ਨੂੰ। ਪੂਜੀ ਜਾ, ਇਸ਼ਨਾਨ ਕਰੀ ਜਾ, ਉੱਥੇ ਕਿ ਘੁੰਮੀ ਜਾ, ਆਪਣੇ ਪੈਸੇ ਦਾ ਆਪਣਾ ਆਰਥਿਕ ਸ਼ੋਸ਼ਣ ਕਰਵਾਈ ਚੱਲ। ਇੱਥੇ ਘੁੰਮੀ ਚੱਲ, ਮੱਥਾ ਟੇਕੀ ਚੱਲ, ਫੇਰ ਚੱਲ ਜਾ, ਫੇਰ ਆ ਜਾ, ਇੱਥੇ ਕਿ ਤੈਨੂੰ ਫਸਾਈ ਰੱਖਣਾ ਹੈ। ਗਿਆਨ ਤਾਂ ਦਿੱਤਾ ਹੀ ਨਹੀਂ। ਦੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪਾਂ ਹੋਰ ਕਿਸੇ ਦੀ ਗੱਲ ਨਾ ਕਰੀਏ, ਆਪਣੇ ਤੇ ਲਿਆਈਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਵਿਰਾਜਮਾਨ ਨੇ। ਰੁਮਾਲੇ ਆਪਾਂ ਕੀਮਤੀ ਸੁੰਦਰ ਰੁਮਾਲੇ ਉੱਪਰ ਦਿੱਤੇ ਹੋਏ ਨੇ। ਸੰਗਤ ਆਉਂਦੀ ਹੈ, ਭੇਟਾ ਚਾੜ ਕੇ ਮੱਥਾ ਟੇਕ ਜਾਂਦੀ ਹੈ। ਜੇਕਰ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਕੋਈ ਹੋਰ ਗ੍ਰੰਥ ਜਾਂ ਹੋਰ ਕਿਤਾਬ ਵੀ ਇੱਥੇ ਪ੍ਰਕਾਸ਼ਮਾਨ ਕਰਕੇ ਉੱਤੇ ਰੁਮਾਲਾ ਦੇ ਦਈਏ ਤਾਂ ਸੰਗਤ ਨੇ ਆਉਣਾ ਹੈ ਤੇ ਚਲੇ ਜਾਣਾ ਹੈ। ਭਾਵ ਮੇਰਾ ਕਹਿਣ ਦਾ ਕਿ ਆਪਾਂ ਖੋਲ ਕੇ ਤਾਂ ਦੱਸਿਆ ਹੀ ਨਹੀਂ ਕਿ ਗੁਰੂ ਮਹਾਰਾਜ ਕਹਿਣਾ ਕੀ ਚਾਹੁੰਦੇ ਨੇ, ਗੁਰੂ ਮਹਾਰਾਜ ਦਾ ਉਪਦੇਸ਼ ਕੀ ਹੈ। ਭੋਲੇ ਲੋਕਾਂ ਨੂੰ ਕੀ ਪਤਾ, ਆਮ ਜਿਹੜੀ ਲਜਨਤਾ ਹੈ ਉਹਨਾਂ ਨੂੰ ਕੀ ਪਤਾ ਕਿ ਰੁਮਾਲੇ ਦੇ ਥੱਲੇ ਕਿਹੜਾ ਗ੍ਰੰਥ ਪਿਆ ਹੈ, ਜਿਹੜਾ ਗ੍ਰੰਥ ਪਿਆ ਹੈ ਉਹ ਕੀ ਕਹਿ ਰਿਹਾ ਹੈ, ਉਹਦਾ ਉਪਦੇਸ਼ ਕੀ ਹੈ। ਅੱਜ ਦੀ ਲੋੜ ਹੈ ਕਿ ਉਹਦਾ ਉਪਦੇਸ਼ ਸੰਗਤ ਨੂੰ ਦੱਸਿਆ ਜਾਵੇ, ਗੁਰੂ ਦੀ ਬਾਣੀ ਦੱਸੀ ਜਾਵੇ। ਆਪਾਂ ਸਿਰਫ ਇੱਕ ਬਿਜ਼ਨਸ ਤੱਕ ਨਾ ਸੀਮਤ ਰਹਿ ਜਾਈਏ ਕਿ ਗੁਰੂ ਘਰ ਬਣ ਗਏ, ਵਿਆਹ ਸ਼ਾਦੀਆਂ ਹੋ ਗਈਆਂ, ਪਾਠ ਹੋ ਗਏ, ਪੈਸੇ ਆ ਗਏ, ਸਿਸਟਮ ਚੱਲੀ ਜਾਂਦਾ। ਨਹੀਂ, ਪੈਸਾ ਵੀ ਜ਼ਰੂਰੀ ਹੈ, ਇਹ ਵੀ ਆਉਣਾ ਚਾਹੀਦਾ। ਇਹ ਜੋ ਸਥਾਨ ਹੈ ਤੁਸੀਂ ਚਲਾਉਣੇ ਨੇ, ਪਰ ਜਿਹੜੀ ਮੇਨ ਗੁਰੂ ਘਰ ਵਿੱਚ ਪ੍ਰਧਾਨਤਾ ਹੋਣੀ ਚਾਹੀਦੀ ਹੈ ਉਹ ਸ਼ਬਦ ਦੇ ਪ੍ਰਚਾਰ ਨੂੰ ਹੋਣੀ ਚਾਹੀਦੀ ਹੈ। ਗੁਰੂ ਘਰ ਵਿੱਚ ਪ੍ਰਧਾਨ ਸ਼ਬਦ ਹੋਣਾ ਚਾਹੀਦਾ ਹੈ। ਗੁਰੂ ਘਰ ਵਿੱਚ ਪ੍ਰਧਾਨ ਗੁਰੂ ਮਹਾਰਾਜ ਦੀ ਬਾਣੀ ਦਾ ਗਿਆਨ ਹੋਣਾ ਚਾਹੀਦਾ ਹੈ, ਬਾਣੀ ਦਾ ਉਪਦੇਸ਼ ਹੋਣਾ ਚਾਹੀਦਾ ਹੈ। ਇਹ ਜ਼ਰੂਰੀ ਨਹੀਂ ਕਿ ਮੇਰੇ ਤੋਂ ਬਿਨਾਂ ਹੋਰ ਵੀ ਇੱਥੇ ਬੁਲਾਰੇ ਸੱਦਣੇ ਚਾਹੀਦੇ ਨੇ, ਪ੍ਰਚਾਰਕ ਸੱਦਣੇ ਚਾਹੀਦੇ ਨੇ ਜਿਹੜੇ ਗੁਰੂ ਮਹਾਰਾਜ ਦੀ ਬਾਣੀ ਦਾ ਉਪਦੇਸ਼ ਦੇਣ। ਮੇਰੇ ਖਿਆਲ ਦੇ ਨਾਲ ਤਾਂ ਕਲਾਸਾਂ ਲੱਗਣੀਆਂ ਚਾਹੀਦੀਆਂ ਨੇ।
ਅੱਧੇ ਘੰਟੇ ਦੀ ਕਲਾਸ ਲੱਗੇ, ਇੱਕ ਪੂਰ ਆਵੇ ਅੰਦਰ ਬੈਠੇ, ਅੱਧਾ ਘੰਟਾ ਇੱਕ ਕਲਾਸ ਸੁਣੇ, ਇੱਦਾਂ ਦੀ ਕਲਾਸ ਸੁਣੇ ਕਿ ਸਾਰੀ ਉਮਰ ਯਾਦ ਰਹੇ। ਫਿਰ ਦੂਸਰਾ ਪ੍ਰਚਾਰਕ ਆਏ, ਉਹ ਸੁਣਾਏ। ਭਾਵ ਕਿ ਬਾਣੀ ਦਾ ਪਤਾ ਲੱਗਣਾ ਚਾਹੀਦਾ। ਜਿੰਨਾ ਚਿਰ ਪਤਾ ਨਹੀਂ ਲੱਗਦਾ, ਜਿੰਨਾ ਚਿਰ ਸਾਡੇ ਇਹ ਜਹਨ ਵਿੱਚ ਬਹਿੰਦੀ ਨਹੀਂ, ਉਨਾ ਚਿਰ ਅਸੀਂ ਅਗਿਆਨਤਾ ਦੇ ਨਾਲੋਂ ਨਹੀਂ ਟੁੱਟ ਸਕਦੇ। ਜਿਹਨੂੰ ਸਤਿਗੁਰੂ ਰਵਿਦਾਸ ਮਹਾਰਾਜ ਕਹਿੰਦੇ ਸੀ ਕਿ ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਇਨਸਾਨ ਨੇ ਅਗਿਆਨਤਾ ਦੇ ਨਾਲ ਪ੍ਰੇਮ ਪਾ ਲਿਆ, ਹਿੱਤ ਕਰ ਲਿਆ, ਤੇ ਜਿਸ ਕਰਕੇ ਇਹਦਾ ਜੋ ਗਿਆਨ ਦਾ ਦੀਪ ਸੀ, ਗਿਆਨ ਦਾ ਦੀਪ ਜਿਹੜਾ ਮਨ ਹੈ, ਉਸ ਅਕਾਲ ਪੁਰਖ ਦੀ ਜੋਤ ਹੈ। ਜਿਹੜਾ ਇਹਦਾ ਮਨ ਗਿਆਨ ਦਾ ਦੀਪ ਸੀ, ਉਹ ਮੈਲਾ ਹੋ ਗਿਆ ਹੈ। ਇਹਨੂੰ ਹੁਣ ਸਫਾਈ ਕਰਨ ਦੀ ਲੋੜ ਹੈ। ਸੋ ਇਹ ਸਤਿਗੁਰ ਕਬੀਰ ਜੀ ਮਹਾਰਾਜ ਦਾ ਪਾਵਨ ਪਵਿੱਤਰ ਸ਼ਬਦ ਜੋ ਆਪਾਂ ਸਰਵਣ ਕੀਤਾ ਹੈ, ਆਓ ਆਪਾਂ ਇੱਕ ਰਚਨਾ ਸਾਰੇ ਰਲ ਕੇ ਉਚਾਰਨ ਕਰੀਏ। ਨਾਮ ਜਪ ਲੈਨੇ ਮਾਣੀ ਜਿੰਦੇ ਮੇਰੀਏ, ਔਖੀ ਵੇਲੇ ਕੰਮ ਆਊਗਾ। ਨਾਮ ਜਪ ਨਾਮ ਜਪ ਲੈਨੇ ਮਾਣੀ ਜਿੰਦੇ ਮੇਰੀਏ, ਔਖੀ ਵੇਲੇ ਕੰਮ ਆਊਗਾ। ਨਾਮ ਜਪ ਲੈਨੇ ਮਾਣੀ ਜਿੰਦੇ ਮੇਰੀਏ, ਔਖੀ ਵੇਲੇ ਕੰਮ ਆਊਗਾ। ਨਾਮ ਜਪਿਆ ਨਾ ਭਗਤੀ ਕੀਤੀ, ਨਾ ਜਪਿਆ ਨਾ ਭਗਤੀ ਕੀਤੀ, ਕਿੱਥੋਂ ਪਾਲੇ ਰਾਜ ਗੱਦੀਆਂ। ਨਾਮ ਜਪਿਆ ਨਾ ਭਗਤੀ ਕੀਤੀ, ਕਿੱਥੋਂ ਪਾਲੇ ਰਾਜ ਗੱਦੀਆਂ। ਨਾਮ ਜਪ ਲੈਨੇ ਮਾਣੀ ਜਿੰਦੇ ਮੇਰੀਏ, ਔਖੀ ਵੇਲੇ ਕੰਮ ਆਊਗਾ। ਨਾਮ ਜਪ ਲੈਨੇ ਮਾਣੀ ਜਿੰਦੇ ਮੇਰੀਏ, ਔਖੀ ਵੇਲੇ ਕੰਮ ਆਊਗਾ। ਕਤ ਚਰਖਾ ਨਾਲ ਪਿਆਰ ਕੁੜੇ, ਕਰ ਆਪਣਾ ਦਾਜ ਤਿਆਰ ਕੁੜੇ। ਕਤ ਚਰਖਾ ਨਾਲ ਪਿਆਰ ਕੁੜੇ, ਕਰ ਆਪਣਾ ਦਾਜ ਤਿਆਰ ਕੁੜੇ। ਗੁਰੂ ਪਿਆਰਿਓ, ਕਤ ਚਰਖਾ ਨਾਲ ਪਿਆਰ ਕੁੜੇ, ਕਰ ਆਪਣਾ ਦਾਜ ਤਿਆਰ ਕੁੜੇ। ਇਹ ਕਿਹੜੇ ਚਰਖੇ ਦੀ ਗੱਲ ਹੋ ਰਹੀ ਹੈ? ਇਹ ਦੁਨਿਆਵੀ ਚਰਖੇ ਦੀ ਗੱਲ ਨਹੀਂ, ਇਹ ਸਵਾਸਾਂ ਰੂਪੀ ਚਰਖੇ ਦੀ ਗੱਲ ਹੋ ਰਹੀ ਹੈ ਕਿ ਪਿਆਰ ਦੇ ਨਾਲ, ਸਹਿਜਤਾ ਦੇ ਨਾਲ ਅੰਮ੍ਰਿਤ ਵੇਲੇ ਉੱਠ ਕੇ ਉਸ ਅਕਾਲ ਪੁਰਖ ਦੇ ਨਾਮ ਦਾ ਜਾਪ ਕਰ, ਸਵਾਸਾਂ ਦਾ ਚਰਖਾ ਫੇਰ। ਤੇ ਇਸ ਸਵਾਸਾਂ ਦੇ ਚਰਖਾ ਫੇਰਨ ਦੇ ਨਾਲ ਜਿਹੜਾ ਪਦਾਰਥ ਜਮ੍ਹਾਂ ਹੋਏਗਾ, ਜਿਹੜਾ ਦਾਜ ਤਿਆਰ ਹੋਏਗਾ ਨਾ, ਇਸ ਦਾਜ ਨੇ ਤੈਨੂੰ ਉਸ ਪਾਰ ਬ੍ਰਹਮ ਪਰਮਾਤਮਾ ਦੇ ਘਰ ਵਿੱਚ ਇੱਜ਼ਤ ਮਾਣ ਦਿਵਾਉਣਾ ਹੈ। ਅੱਜ ਤਾਂ ਇਹੋ ਜਿਹਾ ਸਮਾਂ ਆ ਗਿਆ ਏ, ਕਈ ਪ੍ਰਚਾਰਕ ਅੱਜ ਅਸੀਂ ਦੇਖਦੇ ਹਾਂ ਕਿ ਅੰਮ੍ਰਿਤ ਵੇਲੇ ਤੇ ਸਵਾਲ ਉਠਾਉਣ ਲੱਗ ਪਏ ਨੇ ਕਿ ਅੰਮ੍ਰਿਤ ਵੇਲੇ ਉੱਠਣ ਦੀ ਕੋਈ ਲੋੜ ਨਹੀਂ, ਨਾਮ ਸਿਮਰਨ ਕਰਨ ਦੀ ਕੀ ਲੋੜ ਹੈ, ਕੀ ਲੋੜ ਹੈ ਕਿ ਇੱਕੋ ਸ਼ਬਦ ਵਾਰ-ਵਾਰ ਬੋਲੀ ਚਲੋ। ਪਰ ਸਤਿਗੁਰ ਤਾਂ ਆਖਦੇ ਨੇ ਕਿ ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤੰਤਰ ਪੀ। ਬਾਰ-ਬਾਰ ਸਵਾਸਾਂ ਦਾ, ਸਵਾਸਾ ਰੂਪੀ ਚਰਖਾ ਗੇੜ ਫੇਰ, ਤਾਂ ਜੋ ਤੇਰਾ ਪਾਰ ਉਤਾਰਾ ਹੋ ਸਕੇ। ਸਤ ਸੰਗੀਓ, ਲਵਾਓ ਹਾਜ਼ਰੀ। ਪਹਿਲਾਂ ਮੈਂ ਬੋਲਾਂਗਾ, ਫਿਰ ਸਾਰੀ ਸੰਗਤ, ਕੋਈ ਰਸਨਾ ਬਾਂਝੀ ਨਾ ਰਹੇ। ਹੁਣ ਮੈਨੂੰ ਖੁੱਲ੍ਹ ਕੇ ਬੋਲਣ ਲਈ ਕਹਿਣਾ ਨਾ ਪਏ, ਆਪਣੇ ਆਪ ਬੋਲ ਪਿਓ। ਕਤ ਚਰਖਾ ਨਾਲ ਪਿਆਰ ਕੁੜੇ, ਕਰ ਆਪਣਾ ਦਾਜ ਤਿਆਰ ਕੁੜੇ। ਕਤ ਚਰਖਾ
ਕਤ ਚਰਖਾ ਨਾਲ ਪਿਆਰ ਕੁੜੇ ਕਰ ਆਪਣਾ ਦਾਜ ਤਿਆਰ ਕੁੜੇ ਕਤ ਚਰਖਾ। ਜੇ ਚਰਖੇ ਤੰਦ ਨਾ ਪਾਵੇਂਗੀ, ਜੇ ਚਰਖੇ ਤੰਦ ਨਾ ਪਾਵੇਂਗੀ, ਦਰ ਦਰ ਦੀ ਠੋਕਰ ਖਾਵੇਂਗੀ, ਦਰ ਦਰ ਦੀ ਠੋਕਰ ਖਾਵੇਂਗੀ। ਜੇ ਚਰਖੇ ਤੰਦ ਨਾ ਪਾਵੇਂਗੀ, ਦਰ ਦਰ ਦੀ ਠੋਕਰ ਖਾਵੇਂਗੀ। ਕਤ ਚਰਖਾ ਨਾਲ ਪਿਆਰ ਕੁੜੇ ਕਰ ਆਪਣਾ ਦਾਜ ਤਿਆਰ ਕੁੜੇ ਕਤ ਚਰਖਾ ਨਾਲ ਪਿਆਰ ਕੁੜੇ ਕਰ ਆਪਣਾ ਦਾਜ ਤਿਆਰ ਕੁੜੇ ਕਤ ਚਰਖਾ ਨਾਲ ਪਿਆਰ ਕੁੜੇ ਕਰ ਆਪਣਾ ਦਾਜ ਤਿਆਰ ਕੁੜੇ। ਹਾਂ ਸਤ ਸੰਗਿਓ, ਸਵਾਸਾਂ ਰੂਪੀ ਚਰਖਾ ਫੇਰ ਕੇ ਉਸ ਨਾਮ ਦਾ ਦਾਜ ਤਿਆਰ ਕਰਦੇ ਰਹਿਣਾ ਚਾਹੀਦਾ ਹੈ। ਸੋ ਕੋਸ਼ਿਸ਼ ਇਹੀ ਰਹਿਣੀ ਚਾਹੀਦੀ ਹੈ ਸੰਗਤ ਦੀ ਵੀ ਤੇ ਮੈਨੇਜਮੈਂਟ ਦੀ ਵੀ ਕਿ ਬਾਣੀ ਦਾ ਵੱਧ ਤੋਂ ਵੱਧ ਆਪਾਂ ਪ੍ਰਚਾਰ ਤੇ ਪ੍ਰਸਾਰ ਕਰ ਸਕੀਏ। ਜ਼ਿਆਦਾ ਨਹੀਂ, ਕਮ ਸੇ ਕਮ ਸਾਨੂੰ ਇਹ ਚਾਹੀਦਾ ਹੈ, ਜਿਸ ਤਰ੍ਹਾਂ ਹੁਣ ਮੋਰੇ ਅੱਗੇ ਅਖੰਡ ਪਾਠ ਸਾਹਿਬ ਦੀ ਲੜੀ ਚੱਲਣੀ ਹੈ, ਅਖੰਡ ਪਾਠ ਸਾਹਿਬਾਂ ਦੀ ਲੜੀ ਚੱਲਣੀ ਹੈ। ਇੱਕ ਮੈਂ ਬੇਨਤੀ ਕਰਦੇ ਹਾਂ, ਦੇਖੋ ਇਹ ਬੁਕਿੰਗ ਕਰਾਓ ਆਪਣੇ ਸਤਿਗੁਰੂ ਮਹਾਰਾਜ ਦਾ ਇੱਕ ਤਾਂ ਓਕੇ ਜੀ, ਆਪਣੇ ਮਹਾਰਾਜ ਦਾ ਸਾਲ ਬਾਅਦ ਇੱਕ ਤਾਂ ਆਪਾਂ ਪੁਰਬ ਮਨਾਉਣਾ ਹੁੰਦਾ ਹੈ। ਤੇ ਕੀ ਗੱਲ 21 ਅਖੰਡ ਪਾਠ ਸਾਹਿਬਾਂ ਦੀ ਲੜੀ ਹੁੰਦੀ ਹੈ। ਸਾਡੇ ਸਮਾਜ ਵਿੱਚ, ਸਾਡੀ ਕੌਮ ਦੇ ਵਿੱਚ 21 ਪਰਿਵਾਰ ਵੀ ਇਹੋ ਜਿਹੇ ਨਹੀਂ ਜਿਹੜੇ ਇੱਕ ਇੱਕ ਪਾਠ ਦੀ ਜ਼ਿੰਮੇਵਾਰੀ ਲੈ ਲੈਣ। ਕੋਈ ਵੀ ਲੜੀ, ਕੋਈ ਵੀ ਅਖੰਡ ਪਾਠ ਸਾਹਿਬ ਦੀ ਲੜੀ ਵਿੱਚੋਂ ਕੋਈ ਵੀ ਵੀਕਐਂਡ ਖਾਲੀ ਨਹੀਂ ਜਾਣਾ ਚਾਹੀਦਾ। ਇਹ ਪ੍ਰਣ ਕਰੋ। ਦਾਨ ਗੁਰੂ ਮਹਾਰਾਜ ਦੇ ਨਾਮ ਤੇ ਦਸਵੰਧ ਕੱਢਦੇ ਰਹਿਣਾ ਚਾਹੀਦਾ ਹੈ। ਵੈਸੇ ਵੀ ਬਥੇਰਾ ਕਿਤੇ ਕੋਈ ਕੇਸ, ਕੋਈ ਸੱਟ ਚੋਟ ਲੱਗ ਜਾਏ, ਬਥੇਰੇ ਪੈਸੇ ਲੱਗਦੇ ਨੇ। ਇਸ ਲਈ ਵਿਚਾਰ ਕਰੋ ਕਿ ਇੱਕ ਵੀ ਲੜੀ ਦੇ ਵਿੱਚੋਂ ਇੱਕ ਵੀ ਅਖੰਡ ਪਾਠ ਦਾ ਵੀਕਐਂਡ ਫਰੀ ਨਾ ਜਾਏ। ਪੂਰੇ 21 ਦੇ 21 ਅਖੰਡ ਪਾਠ ਐਤਕੀ ਬੁੱਕ ਹੋਣੇ ਚਾਹੀਦੇ ਨੇ। ਤੇ ਇੱਕ ਹੋਰ, ਜ਼ਿਆਦਾ ਨਹੀਂ, ਚਲੋ ਪੂਰਾ ਗੁਰੂ ਗ੍ਰੰਥ ਸਾਹਿਬ ਤੁਸੀਂ ਨਹੀਂ ਆਪਾਂ ਵਿਆਖਿਆ ਸਰਵਣ ਕਰ ਸਕਦੇ। ਆ ਹੁਣ ਜਦ ਲੜੀ ਚੱਲਣੀ ਹੈ, ਇੰਨਾ ਕੁ ਪ੍ਰਣ ਕਰ ਲਓ, ਇਸ ਲੜੀ ਦੇ ਵਿੱਚ ਕਮ ਸੇ ਕਮ ਜਿਹੜੇ ਸਤਿਗੁਰੂ ਰਵਿਦਾਸ ਮਹਾਰਾਜ ਦੇ 40 ਸ਼ਬਦ ਨੇ, ਉਹਨਾਂ ਸ਼ਬਦਾਂ ਦੀ ਵਿਆਖਿਆ ਤਾਂ ਅਸੀਂ ਇਸ ਸਟੇਜ ਤੋਂ ਸਰਵਣ ਕਰੀਏ। ਉਹ ਤਾਂ ਸਾਡੀ ਸੰਗਤ ਨੂੰ ਪਤਾ ਲੱਗੇ ਕਿ ਸਤਿਗੁਰੂ ਰਵਿਦਾਸ ਮਹਾਰਾਜ ਆਪਣੀ ਬਾਣੀ ਵਿੱਚ ਉਪਦੇਸ਼ ਕੀ ਦੇਣਾ ਚਾਹੁੰਦੇ ਨੇ। ਕੋਈ ਵੀ ਪ੍ਰਚਾਰਕ ਆ ਕੇ ਕਿਸੇ ਦੀ ਵੀ ਤੁਸੀਂ ਡਿਊਟੀ ਲਾ ਸਕਦੇ ਹੋ। ਮੈਂ ਇੱਥੇ ਰਹਾਂ ਜਾਂ ਨਾ ਰਹਾਂ ਇਹ ਵੱਖਰੀ ਗੱਲ ਹੈ। ਕੋਈ ਵੀ ਹੋਰ ਪ੍ਰਚਾਰਕ ਬਹੁਤ ਨੇ ਇੱਥੇ ਇੰਗਲੈਂਡ ਵਿੱਚ। ਆਪਾਂ ਕਿਸੇ ਨੂੰ ਸੱਦ ਕੇ ਕੋਸ਼ਿਸ਼ ਕਰੀਏ ਕਿ ਸਾਨੂੰ ਕਿ ਗੁਰੂ ਮਹਾਰਾਜ ਦੇ ਜੋ 40 ਸ਼ਬਦ ਨੇ ਉਹਨਾਂ ਦੀ ਤਾਂ ਵਿਆਖਿਆ ਹੋਣੀ ਚਾਹੀਦੀ ਹੈ। ਮੇਰੇ ਖਿਆਲ ਦੇ ਨਾਲ 40-45 ਸਾਲ ਦੇ ਕਰੀਬ ਹੋ ਗਿਆ ਇਸ ਗੁਰੂ ਘਰ ਬਣੇ ਨੂੰ। ਅੱਜ ਤੱਕ ਸਤਿਗੁਰੂ ਰਵਿਦਾਸ ਮਹਾਰਾਜ ਦੇ 40 ਸ਼ਬਦਾਂ ਦੀ ਵਿਆਖਿਆ ਇਸ ਸਟੇਜ ਤੋਂ ਹੋਈ ਨਹੀਂ ਹੋਣੀ ਮੈਨੂੰ ਲੱਗਦਾ, ਪਰ ਇਹ ਹੋਣੀ ਚਾਹੀਦੀ ਹੈ। ਜੇ ਹੋਈ ਹੋਵੇ ਤਾਂ ਬਹੁਤ ਵਧੀਆ ਗੱਲ ਹੈ, ਅੱਗੇ ਵੀ ਕਰਦੇ ਰਹਿਣਾ ਚਾਹੀਦਾ ਹੈ। ਪਰ ਇਹ ਚਾਹੀਦਾ ਹੈ ਕਿ ਆਪਾਂ ਕਮ ਸੇ ਕਮ ਜਿਨ੍ਹਾਂ ਦੇ ਨਾਮ 'ਤੇ ਸਥਾਨ ਹੈ ਉਹਨਾਂ ਦੀ ਬਾਣੀ ਤਾਂ ਪਤਾ ਲੱਗੇ ਸੰਗਤ ਨੂੰ ਕਹਿਣਾ ਕੀ ਚਾਹੁੰਦੀ ਹੈ। ਇਹ ਉਪਰਾਲਾ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ।